ਸੋ ਪਿਆਰੀ ਸਾਧ ਸੰਗਤ, ਜੋ ਕਿ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਵੈਰਾਗਮਈ ਸ਼ਲੋਕ, ਜਿਨ੍ਹਾਂ ਸ਼ਲੋਕਾਂ ਦੀ ਕਥਾ ਆਪਾਂ ਨੇ ਕੱਲ੍ਹ ਆਰੰਭ ਕੀਤੀ ਹੈ। ਸੋ ਕੱਲ੍ਹ 10 ਸ਼ਲੋਕਾਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ। ਸੋ ਅੱਜ 11ਵੇਂ ਸ਼ਲੋਕ ਦੀ ਵਿਚਾਰ ਕਰਨੀ ਹੈ। ਉਚਾਰਨ ਕਰੋ ਇੱਕ ਵਾਰੀ, ਸਤਿਨਾਮ ਸ੍ਰੀ ਵਾਹਿਗੁਰੂ। पांच तत् को तन रचयो, जानो चतुर सुजान, जेह ते उपजयो नानका, लीन ताहि मैं मान। 11वां श्लोक है, जिस दे विच सतगुरु गुरु तेग बहादुर साहब जी बख्शिश करते हैं। हे सियाणे मनुख, हे चतुर मनुख, तू जानदा कि आ जिहड़ा तेरा शरीर है ना, ये 5 तत्तां दा बनिया होया। आ जिहड़ा शरीर है अपना 5 तत्तां दा बनिया होया। 5 तत्त किहड़े किहड़े? अग दा, हवा दा, अग, हवा, मिट्टी, पानी, आकाश, ये 5 तत्त हैं। कहते ये 5 तत्तां दा शरीर बनिया होया। हवा, अग, पानी, मिट्टी, आकाश। जदों इसने नाश होना, 5 तत्त 5 तत्तां दे विच मिल जाने हैं। इस शरीर ने अलोप हो जाना है। कहते 5 तत्त को तन रचयो, जानो चतुर सुजान। हे सियाणे मनुख, क्योंकि मनुख अपने आप को बड़ा सियाणा कहाउंदा ना, बड़ा चलाक कहाउंदा। गुरु साहब भी उसी तरीके नाल समझाउंदे हैं। हे बुद्धिवान मनुख, अपने आप को चतुर कहाउण वाले मनुख, अपने आप को सियाणा समझण वाले मनुख, तैनूं पता कि आ शरीर 5 तत्तां दा बनिया होया। जेह ते उपजियो नानका, लीन ताहि मैं मान। इस गल नूं भी समझ, इस गल उत्ते भी यकीन कर कि ये 5 तत्तां दा बनिया होया शरीर 5 तत्तां दे विच लीन हो जाएगा, इसने अलोप हो जाना। फिर तू क्यों नहीं इस शरीर दे राही उस प्रभु नूं सिमरदा? फिर उस प्रभु नूं क्यों नहीं सिमरदा? उहदे विच लीन हो जाना, इस शरीर ने अलोप हो जाना। अगे सतगुरु जी कहते हैं, घट घट मैं हर जू बसै, संतन कहो पुकार। कहो नानक ते भज मना, भौ निध उतरै पार। हे भाई, ओ प्रभु घट घट दे विच वस रहा है। घट घट दे विच सारे शरीरां दे विच कोई ऐसी थां नहीं जिथे वो प्रभु ना होवे। कहंदे संत जना ने तैनूं पुकार पुकार के दस दिता। घट घट मैं हर जू बसै, संतन कहो पुकार। संत जना ने, गुरमुख प्यारिया ने तैनूं पुकार पुकार के दस दिता। कोई ऐसी थां नहीं जिथे वो प्रभु ना होवे। कण कण दे विच, घट घट दे विच वो प्रभु वस रहा है। घट घट मैं हर जू बसै,
संतन कहो पुकार, कहो नानक तेह भज मना, भौ निध उतरै पार। हे नानक आख, हे मेरे मन उस प्रभु ਨੂੰ ਸਿਮਰ ਜਿਹੜਾ ਘਟ ਘਟ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ। ਉਸ ਪ੍ਰਭੂ ਦੀ ਬੰਦਗੀ ਕਰ, ਉਸ ਪ੍ਰਭੂ ਦਾ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ ਜਿਹੜਾ ਘਟ ਘਟ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ ਜਿਹੜਾ। ਜੇ ਤੂੰ ਉਹਨੂੰ ਸਿਮਰੇਗਾ ਨਾ ਤਾਂ ਇਸ ਭਿਆਨਕ ਸਮੁੰਦਰ ਨੂੰ ਪਾਰ ਕਰ ਜਾਏਗਾ। ਭਉ ਨਿਧ, ਭਿਆਨਕ ਸਮੁੰਦਰ, ਭਿਆਨਕ ਸਮੁੰਦਰ ਕਿਹੜਾ? ਇਹ ਸੰਸਾਰ। ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘਣਾ। ਹੁਣ ਪਾਰ ਕਿਵੇਂ ਲੰਘਾਂਗੇ ਆਪਾਂ? ਦੇਖੋ ਆਹ ਜਿਹੜਾ ਸਰੀਰ ਹੈ, ਇਸ ਸਰੀਰ ਨੇ ਤਾਂ ਜਗਤ ਵਿੱਚ ਰਹਿਣਾ, ਇਸ ਸਰੀਰ ਨੇ ਤਾਂ ਜਗਤ ਵਿੱਚ ਖਤਮ ਹੋਣਾ। ਪਾਰ ਕਿਸ ਨੂੰ ਲੰਘਾਉਣਾ? ਪਾਰ ਤਾਂ ਆਪਣੀ ਜਿੰਦ ਲੰਘਾਉਣੀ ਆ, ਆਪਣੀ ਆਤਮਾ ਲੰਘਾਉਣੀ ਆ। ਜਿਹੜੀ ਆਪਣੀ ਆਤਮਾ, ਇਸ ਨੂੰ ਸੰਸਾਰ ਤੇ ਉੱਚਾ ਚੁੱਕਣਾ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ ਨਾ ਆਪਣੀ ਆਤਮਾ ਨੂੰ ਆਪਣੀ ਉੱਚੀ ਆਤਮਿਕ ਅਵਸਥਾ ਬਣਾਉਣੀ ਹੈ। ਇਸ ਆਤਮਾ ਨੂੰ ਪਾਰ ਲੰਘਾਉਣਾ। ਸਰੀਰ ਨੇ ਜਗਤ ਵਿੱਚ ਰਹਿਣਾ। ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਤਰ ਰਹੇ ਹਨ ਜਿਹੜੇ ਆਪਣੀ ਸੁਰਤੀ ਬਿਰਤੀ ਰੱਬ ਨਾਲ ਜੋੜ ਕੇ ਰੱਖਦੇ, ਗੁਰੂ ਦੇ ਸ਼ਬਦ ਰਾਹੀਂ। ਡੁੱਬ ਕਿਹੜੇ ਰਹੇ? ਡੁੱਬ ਉਹ ਰਹੇ ਜਿਹੜੇ ਸੰਸਾਰ ਵਿੱਚ ਰਹਿੰਦੇ, ਸੁਰਤੀ ਬਿਰਤੀ ਵੀ ਸੰਸਾਰ ਵਿੱਚ ਹੈ। ਨੌਕਰੀ ਕਰਦੇ, ਸੁਰਤੀ ਬਿਰਤੀ ਵੀ ਨੌਕਰੀ ਵਿੱਚ ਹੈ। ਦੁਕਾਨਦਾਰੀ ਕਰਦੇ ਹਨ, ਸੁਰਤੀ ਬਿਰਤੀ ਵੀ ਦੁਕਾਨਦਾਰੀ ਵਿੱਚ ਹੈ। ਖੇਤੀਬਾੜੀ ਕਰਦੇ ਹਨ, ਸੁਰਤੀ ਬਿਰਤੀ ਵੀ ਜ਼ਮੀਨ ਨਾਲ ਜੋੜੀ ਹੋਈ ਹੈ। ਪਰਿਵਾਰ ਵਿੱਚ ਰਹਿੰਦੇ ਹਨ, ਸੁਰਤੀ ਬਿਰਤੀ ਵੀ ਪਰਿਵਾਰ ਵਿੱਚ ਹੈ। ਉਹਨਾਂ ਨੂੰ ਇਹ ਸਮਝੋ ਇਹ ਡੁੱਬੇ ਹੋਏ। ਤਰ ਕਿਹੜੇ ਰਹੇ? ਤਰ ਉਹ ਰਹੇ ਕਿ ਸੰਸਾਰ ਵਿੱਚ ਰਹਿੰਦੇ ਹਨ, ਸੁਰਤੀ ਬਿਰਤੀ ਗੁਰੂ ਦੇ ਸ਼ਬਦ ਨਾਲ, ਸੁਰਤੀ ਬਿਰਤੀ ਰੱਬ ਨਾਲ ਜੋੜੀ ਹੋਈ ਹੈ। ਨੌਕਰੀ ਵੀ ਕਰ ਰਹੇ, ਸੁਰਤੀ ਬਿਰਤੀ ਰੱਬ ਨਾਲ ਜੁੜੀ ਹੋਈ ਹੈ। ਖੇਤੀਬਾੜੀ ਵੀ ਕਰ ਰਹੇ ਹਨ, ਦੁਕਾਨਦਾਰੀ ਵੀ ਕਰ ਰਹੇ ਹਨ, ਨੌਕਰੀ ਵੀ ਕਰ ਰਹੇ, ਪਰ ਸੁਰਤੀ ਬਿਰਤੀ ਰੱਬ ਨਾਲ ਜੋੜ ਕੇ ਰੱਖਦੇ ਹਨ। ਰੱਬ ਨਾਲ ਸੁਰਤੀ ਬਿਰਤੀ ਕਿਸ ਨੇ ਜੋੜਨੀ ਹੈ? ਗੁਰੂ ਨੇ ਜੋੜਨੀ ਹੈ। ਉਹ ਤਰ ਰਹੇ ਹੈ। ਇੱਦਾਂ ਤਰਨਾ ਹੈ। ਉਹਨਾਂ ਦੀ ਆਤਮਾ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ, ਸਰੀਰ ਦੇ ਹੁੰਦੇ ਹੋਏ। ਡੁੱਬਣਾ ਨਹੀਂ ਹੈ। ਉਹ ਡੁੱਬੇ ਹੋਏ ਹੈ ਜਿਨ੍ਹਾਂ ਦੀ ਸੁਰਤੀ ਬਿਰਤੀ ਵੀ ਜਗਤ ਵਿੱਚ ਹੈ। ਇਸ ਭਿਆਨਕ ਸਮੁੰਦਰ ਨੂੰ ਪਾਰ ਕਿਵੇਂ ਕਰਨਾ? ਇੱਕੋ ਤਰੀਕਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਸੰਗਤ ਕਰਨੀ ਹੈ। ਦੇਖੋ ਨੌਕਰੀ ਵੀ ਨਹੀਂ, ਨੌਕਰੀ ਵੀ ਕਰਨੀ ਹੈ, ਖੇਤੀਬਾੜੀ ਵੀ ਕਰਨੀ ਹੈ, ਦੁਕਾਨਦਾਰੀ ਵੀ ਕਰਨੀ ਹੈ, ਬੱਚਿਆਂ ਵਿੱਚ ਵੀ ਰਹਿਣਾ, ਸੰਸਾਰ ਵਿੱਚ ਰਹਿਣਾ। ਸੰਸਾਰ ਤੋਂ ਨਫ਼ਰਤ ਨਹੀਂ ਕਰਨੀ ਹੈ। ਗੁਰੂ ਸਾਹਿਬ ਨੇ ਸਾਨੂੰ ਜੋ ਰਸਤਾ ਦੱਸਿਆ, ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘਣ ਦਾ ਜੋ ਤਰੀਕਾ ਦੱਸਿਆ, ਉਹ ਇੱਕੋ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਸੰਗਤ ਵਿੱਚ ਜਾ, ਗੁਰੂ ਦਾ ਦਰਸ਼ਨ ਕਰ, ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰ। ਆਪਾਂ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਹੀ ਹੈ। ਜਿਉਂ-ਜਿਉਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ, ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਵਡਿਆਈਆਂ ਦੀ, ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਦਾ, ਉਹਦੀ ਸੁਰਤੀ ਬਿਰਤੀ ਸੰਸਾਰ ਤੋਂ ਉੱਚੀ ਉੱਠ ਜਾਂਦੀ ਹੈ, ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ ਹੈ। ਇਹ ਤਰੀਕਾ ਹੈ। ਤੁਸੀਂ ਭਾਗਾਂ ਵਾਲੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਆ। ਇਹ ਤਰੀਕਾ ਹੈ। ਹੁਣ ਜਿਹੜੇ ਪਏ ਆ ਵਿਚਾਰੇ ਰਜਾਈਆਂ ਦੇ ਵਿੱਚ, ਉਹਨਾਂ ਨੂੰ ਇਹ ਸਮਝੋ ਡੁੱਬੇ ਪਏ ਆ। ਇਹ ਡੁੱਬਣ ਦੀ ਨਿਸ਼ਾਨੀ ਹੈ। ਕਿਉਂਕਿ ਜਿਹੜਾ ਆਹ ਸਮਾਂ ਨਾ ਅੰਮ੍ਰਿਤ ਵੇਲੇ ਵਾਲਾ, ਇਸ ਸਮੇਂ ਬਿਲਕੁਲ ਜਿਹੜਾ ਸਾਡਾ ਮਨ ਹੈ
ਬਿਲਕੁਲ ਪਵਿੱਤਰ ਹੁੰਦਾ, ਕਿਸੇ ਹੋਰ ਪਾਸੇ ਦੌੜ ਭੱਜ ਬਿਲਕੁਲ ਨਹੀਂ ਹੈ, ਬਿਲਕੁਲ ਸ਼ਾਂਤ ਹੁੰਦਾ ਮਨ, ਕੋਈ ਕੰਮ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਫਿਰ ਜਦੋਂ ਦਿਨ ਚੜ੍ਹ ਜਾਣਾ, ਉਹਨਾਂ ਨੇ ਦਿਨ ਚੜ੍ਹੇ ਉੱਠਣਾ, ਜਿਹਨਾਂ ਨੇ ਅੰਮ੍ਰਿਤ ਵੇਲਾ ਲੰਘਾ ਦਿੱਤਾ ਨਾ, 8 ਵਜੇ ਉੱਠਣਾ, 8 ਵਜੇ ਉੱਠ ਕੇ ਤਾਂ ਦੌੜ ਭੱਜ ਪੈ ਜਾਂਦੀ ਹੈ। ਉੱਧਰ ਬੱਚਿਆਂ ਦਾ ਸਕੂਲ ਜਾਣ ਦਾ ਟਾਈਮ ਹੋ ਜਾਂਦਾ, ਕਿਸੇ ਨੇ ਨੌਕਰੀ ਡਿਊਟੀ 'ਤੇ ਜਾਣਾ ਹੁੰਦਾ, ਕਿਸੇ ਨੇ ਕੁਝ ਕਰਨਾ ਹੁੰਦਾ, ਕਿਸੇ ਨੇ ਕੁਝ ਕਰਨਾ ਹੁੰਦਾ। ਸੰਸਾਰਕ ਕੰਮਾਂ ਦੇ ਵਿੱਚ ਹੀ ਫਿਰ ਦੌੜ ਭੱਜ ਪੈ ਜਾਂਦੀ ਹੈ। ਫਿਰ ਕਦੋਂ ਜੁੜਨਗੇ ਉਹ ਗੁਰੂ ਨਾਲ, ਕਦੋਂ ਜੁੜਨਗੇ ਉਹ ਰੱਬ ਨਾਲ? ਉਹਨਾਂ ਦੀ ਸੁਰਤੀ ਬਿਰਤੀ ਉੱਚੀ ਉੱਠਦੀ ਹੋਣੀ ਹੈ। ਉਹਨਾਂ ਨੂੰ ਕਿਹਾ ਮਹਾਰਾਜ ਨੇ, ਉਹ ਭਿਆਨਕ ਸਮੁੰਦਰ ਵਿੱਚ ਡੁੱਬੇ ਹੋਏ ਆ, ਉਹ ਡੁੱਬੇ ਹੀ ਰਹਿਣਗੇ। ਇਸ ਕਰਕੇ ਸੰਸਾਰ ਵਿੱਚ ਰਹਿਣਾ, ਨੌਕਰੀ ਵੀ ਕਰਨੀ ਹੈ, ਖੇਤੀਬਾੜੀ ਵੀ ਕਰਨੀ ਹੈ, ਦੁਕਾਨਦਾਰੀ ਵੀ ਕਰਨੀ ਹੈ, ਕੰਮ ਕਾਰ ਸਾਰੇ ਕਰਨੇ ਹੈ, ਪਰ ਕੰਮਾਂ ਕਾਰਾਂ ਦੇ ਵਿੱਚ, ਸੰਸਾਰ ਦੇ ਵਿੱਚ ਡੁੱਬਣਾ ਨਹੀਂ ਹੈ। ਇਸ ਸੰਸਾਰ ਤੋਂ ਪਾਰ ਲੰਘਣ ਦਾ ਤਰੀਕਾ ਇੱਕੋ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਸ਼ਬਦ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ। ਇਹੀ ਤਰੀਕਾ, ਹੋਰ ਕੋਈ ਤਰੀਕਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਦੇਖ ਅਕਾਲ ਪੁਰਖ ਵਾਹਿਗੁਰੂ ਘਟ ਘਟ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਰੱਬ ਨਾ ਹੋਵੇ। ਤੈਨੂੰ ਸੰਤ ਜਨਾਂ ਨੇ ਪੁਕਾਰ ਕੇ ਕਹਿ ਦਿੱਤਾ, ਕਉ ਨਾਨਕ ਤੇ ਭਜ ਮਨਾ, ਭਉ ਨਿਧ ਉਤਰੈ ਪਾਰ। ਐ ਨਾਨਕ ਆਖ, ਹੇ ਮੇਰੇ ਮਨ, ਇਸ ਤਰੀਕੇ ਦੇ ਨਾਲ ਤੂੰ ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘ ਜਾਏਗਾ। ਉਸ ਪ੍ਰਭੂ ਦਾ ਸਿਮਰਨ ਕਰਕੇ, ਉਹਦਾ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ। ਦੇਖੋ, ਸਭ ਤੋਂ ਪਹਿਲਾਂ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਪ ਹੈ। ਜਪ ਦਾ ਅਰਥ ਵੀ ਸਿਮਰਨ ਹੈ, ਵੀ ਸਿਮਰਨ ਕਰੋ, ਸਿਮਰਨ ਕਰੋ। ਜਪਜੀ ਸਾਹਿਬ ਦੇ ਵਿੱਚ ਸਭ ਤੋਂ ਆਖਰੀ ਬਾਣੀ ਅਸ਼ਲੋਕ ਆ, ਇਹਦੇ ਵਿੱਚ ਵੀ ਇੱਕ ਇੱਕ ਅੱਖਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਇਹੀ ਕਹਿ ਰਹੇ ਹਨ ਕਿ ਐ ਮਨੁੱਖ ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਆਹ ਮਨੁੱਖਾ ਜੀਵਨ ਮਿਲਿਆ ਹੀ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਹੈ। ਜਿਹੜਾ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਮਾਨੋ ਵਿਹਲਾ ਹੀ ਫਿਰ ਰਿਹਾ, ਉਹ ਕੁਝ ਵੀ ਨਹੀਂ ਕਰ ਰਿਹਾ, ਕੁਝ ਵੀ ਨਹੀਂ ਕਰ ਰਿਹਾ, ਉਹ ਵਿਹਲਾ ਫਿਰ ਰਿਹਾ। ਉਸ ਨੂੰ ਇਹ ਸਮਝੋ ਵਿਹਲਾ ਫਿਰ ਰਿਹਾ, ਕੁਝ ਵੀ ਨਹੀਂ ਕਰ ਰਿਹਾ ਉਹ। ਕਿਉਂਕਿ ਜਿਹੜਾ ਕੰਮ ਕਰਨ ਵਾਸਤੇ ਸਰੀਰ ਮਿਲਿਆ, ਜਿਹੜਾ ਕੰਮ ਕਰਨ ਵਾਸਤੇ ਅਸੀਂ ਆਏ ਹਾਂ, ਉਹ ਤਾਂ ਸਾਨੂੰ ਭੁੱਲਿਆ ਹੋਇਆ। ਬਾਕੀ ਤਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਹ ਕੰਮ ਕਰਨ ਵਾਸਤੇ ਅਸੀਂ ਆਏ, ਸਿਮਰਨ ਕਰਨ ਵਾਸਤੇ ਆਹ ਮਨੁੱਖਾ ਜੀਵਨ ਮਿਲਿਆ। ਸੋ ਅੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਪਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਕਹਿੰਦੇ ਜਿਸ ਮਨੁੱਖ ਨੂੰ, ਜਿਹੜਾ ਮਨੁੱਖ ਸੁੱਖਾਂ ਵਿੱਚ ਵੀ ਅਤੇ ਦੁੱਖਾਂ ਵਿੱਚ ਡੋਲਦਾ ਨਹੀਂ ਹੈ, ਸੁੱਖਾਂ ਦੇ ਵਿੱਚ ਹੰਕਾਰੀ ਨਹੀਂ ਬਣਦਾ, ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਹੈ। ਕਹਿੰਦੇ ਸੁੱਖ ਦੁੱਖ ਜੇ ਪਰਸੈ ਨਹੀਂ, ਇਹ ਦੁਨਿਆਵੀ ਸੁੱਖ ਦੁਨਿਆਵੀ ਦੁੱਖ ਜਿਸ ਨੂੰ ਛੂ ਨਹੀਂ ਸਕਦੇ, ਜਿਸ ਨੂੰ ਡੁਲਾ ਨਹੀਂ ਸਕਦੇ, ਜਿਹੜਾ ਲੋਭ ਵਿੱਚ ਨਹੀਂ ਫਸਦਾ, ਮਾਇਆ ਦੇ ਮੋਹ ਵਿੱਚ ਨਹੀਂ ਫਸਦਾ, ਹੰਕਾਰ ਨਹੀਂ ਕਰਦਾ, ਉਸ ਮਨੁੱਖ ਨੂੰ ਇਹ ਸਮਝੋ ਕਿ ਉਹ ਤਾਂ ਰੱਬ ਦਾ ਹੀ ਰੂਪ ਬਣ ਗਿਆ। ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਹ ਤਾਂ ਰੱਬ ਦਾ ਹੀ ਰੂਪ ਹੈ, ਜਿਹੜਾ ਦੁੱਖਾਂ ਵਿੱਚ ਵੀ ਸੁੱਖਾਂ ਵਿੱਚ ਵੀ ਇੱਕੋ ਜਿਹਾ ਰਹਿੰਦਾ। ਆਪਾਂ ਤਾਂ ਘਬਰਾ ਜਾਂਦੇ, ਸਾਡਾ ਕਿਹੋ ਜਿਹਾ ਸੁਭਾਅ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਹਨ, ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਜਦੋਂ ਕੁਝ ਮਿਲ ਗਿਆ ਫਿਰ ਹੰਕਾਰ ਨਾਲ ਭਰ ਜਾਂਦਾ, ਜਦੋਂ ਕੁਝ ਮਿਲ ਗਿਆ। ਜਦੋਂ ਕੁਝ ਗਵਾਚ ਗਿਆ, ਹੱਥੋਂ ਚਲੇ ਗਿਆ, ਕੋਈ ਘਾਟਾ ਪੈ ਗਿਆ, ਕੋਈ ਦੁੱਖ ਆ ਗਿਆ, ਫਿਰ ਹੁੰਦਾ।
ਸਾਡੀ ਹਾਲਤ ਇਹ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਜਿਹੜਾ ਦੁੱਖਾਂ ਦੇ ਵਿੱਚ ਵੀ ਸੁੱਖਾਂ ਦੇ ਵਿੱਚ ਵੀ ਇੱਕੋ ਜਿਹਾ ਰਹਿੰਦਾ, ਭਾਵ ਸੁਰਤੀ ਬਿਰਤੀ ਪ੍ਰਭੂ ਨਾਲ ਜੁੜੀ ਹੋ ਰਹਿੰਦੀ ਹੈ। ਇਹ ਸਮਝਦਾ ਹੈ ਕਿ ਪ੍ਰਭੂ ਨੇ ਜਿਹੜਾ ਦੁੱਖ ਦਿੱਤਾ ਹੈ ਇਹ ਵੀ ਉਹਦੀ ਰਜ਼ਾ ਹੈ, ਮੇਰੇ ਭਲੇ ਵਾਸਤੇ ਹੀ ਦਿੱਤਾ। ਜਿਹੜਾ ਸੁੱਖ ਦਿੱਤਾ ਉਹ ਵੀ ਮੇਰੇ ਭਲੇ ਵਾਸਤੇ। ਬਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਦੁੱਖਾਂ ਵਿੱਚ ਘਬਰਾਉਂਦਾ ਨਹੀਂ, ਸੁੱਖਾਂ ਵਿੱਚ ਹੰਕਾਰੀ ਨਹੀਂ ਬਣਦਾ, ਲੋਭ ਲਾਲਚਾਂ ਵਿੱਚ ਨਹੀਂ ਫਸਦਾ, ਮੋਹ ਵਿੱਚ ਨਹੀਂ ਫਸਦਾ, ਆਪਣੇ ਅੰਦਰ ਬਿਲਕੁਲ ਵੀ ਹੰਕਾਰ ਨਹੀਂ ਆਉਣ ਦਿੰਦਾ। ਇਹ ਨਾਨਕ ਆਖ ਕਿ ਹੇ ਮੇਰੇ ਮਨਾ, ਉਹ ਜਿਹੜਾ ਮਨੁੱਖ ਹੈ ਉਹ ਤਾਂ ਰੱਬ ਦਾ ਹੀ ਰੂਪ ਹੈ। ਅੱਗੇ ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਹਿੰਦੇ ਜਿਹੜਾ ਮਨੁੱਖ ਜੇ ਦੁਨੀਆ ਵੱਲੋਂ ਵਡਿਆਈ ਮਿਲ ਗਈ, ਦੁਨੀਆ ਉਸਤਤੀ ਕਰਨ ਲੱਗ ਜਾਵੇ ਤਾਂ ਵੀ ਡੋਲਦਾ ਨਹੀਂ ਹੈ, ਹੰਕਾਰ ਵਿੱਚ ਨਹੀਂ ਆਉਂਦਾ। ਜੇ ਨਿੰਦਿਆ ਹੋਵੇ ਦੁਨੀਆ ਵੱਲੋਂ ਤਾਂ ਦੁਨੀਆ ਦੀ ਨਿੰਦਿਆ ਦੀ ਵੀ ਪਰਵਾਹ ਨਹੀਂ ਕਰਦਾ, ਉਹ ਭਾਵੇਂ ਕੋਈ ਕੁਝ ਕਹੀ ਜਾਵੇ। ਆਪਣੀ ਸੁਰਤੀ ਬਿਰਤੀ ਰੱਬ ਨਾਲ ਜੋੜ ਕੇ ਰੱਖਦਾ। ਜੇ ਕੋਈ ਵਡਿਆਈ ਕਰਦਾ, ਕੋਈ ਸਿਫਤ ਕਰਦਾ, ਫਿਰ ਫੁੱਲਦਾ ਨਹੀਂ, ਹੰਕਾਰ ਨਹੀਂ ਕਰਦਾ। ਦੁਨੀਆ ਦੀਆਂ ਵਡਿਆਈਆਂ ਪ੍ਰਾਪਤ ਕਰਕੇ ਤਾਂ ਵੀ ਉਸ ਰੱਬ ਨਾਲ ਜੁੜਿਆ ਰਹਿੰਦਾ। ਜੇ ਦੁਨੀਆ ਦੇ ਲੋਕ ਨਿੰਦਿਆ ਕਰਦੇ ਹਨ ਤਾਂ ਵੀ ਲੋਕਾਂ ਦੀ ਨਿੰਦਿਆ ਦੀ ਵੀ ਪਰਵਾਹ ਨਹੀਂ ਕਰਦਾ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋ ਸਮਾਨ। ਜਿਸ ਵਾਸਤੇ ਕੰਚਨ ਸੋਨਾ ਅਤੇ ਲੋਹਾ, ਜਿਸ ਨੂੰ ਇੱਕੋ ਜਿਹੇ ਦਿਖਣ ਲੱਗ ਜਾਣ, ਭਾਵ ਲਾਲਚਾਂ ਵਿੱਚ ਨਾ ਫਸੇ, ਜਿਹੜਾ ਆ ਮਤਲਬ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਲਾਲਚ ਡੁਲਾ ਨਾ ਸਕੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹੇ ਨਾਨਕ ਆਖ ਕਿ ਹੇ ਮੇਰੇ ਮਨਾ, ਉਸ ਮਨੁੱਖ ਨੂੰ ਇਹ ਸਮਝੋ ਕਿ ਇਹ ਮਾਇਆ ਦੇ ਮੋਹ ਤੋਂ ਇਸ ਨੂੰ ਖਲਾਸੀ ਮਿਲ ਗਈ, ਮੁਕਤ ਹੋ ਗਿਆ ਹੈ। ਇਹ ਵਿਕਾਰਾਂ ਤੋਂ, ਮੋਹ ਤੋਂ ਇਸ ਨੇ ਮੁਕਤੀ ਪ੍ਰਾਪਤ ਕਰ ਲਈ। ਉਸ ਮਨੁੱਖ ਨੂੰ ਮੁਕਤ ਜਾਣੋ, ਇਹ ਮੁਕਤੀ, ਇਸ ਨੂੰ ਮੁਕਤੀ ਮਿਲ ਗਈ ਹੈ, ਮੁਕਤ ਹੋ ਗਿਆ ਹੈ। ਹਰਖ ਸੋਗ ਜਾਂ ਕੈ ਨਹੀਂ, ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹੜਾ ਮਨੁੱਖ ਹਰਖ, ਹਰਖ ਮੈਨੇ ਖੁਸ਼ੀ, ਖੁਸ਼ੀ ਵਿੱਚ ਵੀ ਅਤੇ ਗਮੀ ਵਿੱਚ ਵੀ ਇੱਕੋ ਜਿਹਾ ਰਹਿੰਦਾ। ਹਰਖ ਸੋਗ ਜਾਂ ਕੈ ਨਹੀਂ, ਦੁਨੀਆ ਦੀਆਂ ਖੁਸ਼ੀਆਂ, ਕਿਸੇ ਤਰ੍ਹਾਂ ਦੀ ਵੀ ਖੁਸ਼ੀ ਜਿਸ ਨੂੰ ਡੁਲਾ ਨਾ ਸਕੇ, ਦੁਨੀਆ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗਮੀ ਜਿਸ ਨੂੰ ਡੁਲਾ ਨਾ ਸਕੇ, ਰੱਬ ਨਾਲੋਂ ਤੋੜ ਨਾ ਸਕੇ। ਅਤੇ ਜਿਸ ਮਨੁੱਖ ਦੇ ਲਈ ਬੈਰੀ ਅਤੇ ਮਿੱਤਰ ਇੱਕੋ, ਜਿਸ ਨੂੰ ਦੇਖਣ, ਭਾਵ ਸਾਰੇ ਮਿੱਤਰ ਹੀ ਦੇਖਣ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਜਿਸ ਦੀ ਸਾਰਿਆਂ ਨਾਲੇ ਬਣਦੀ ਹੈ, ਜਿਸ ਨੂੰ ਕੋਈ ਵੈਰੀ ਦਿਖਦਾ ਹੀ ਨਹੀਂ ਹੈ, ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰੇ। ਜਿਹੜਾ ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਉਸ ਮਨੁੱਖ ਨੂੰ ਵੀ ਸਮਝੋ ਇਹ ਮੁਕਤ ਹੋ ਗਿਆ। ਆਹ ਹੈ ਮੁਕਤੀ। ਕਹਿੰਦੇ ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹੇ ਨਾਨਕ ਆਖ ਕਿ ਹੇ ਮੇਰੇ ਮਨ ਸੁਣ, ਉਸ ਮਨੁੱਖ ਨੂੰ
ਇਹ ਸਮਝੋ ਕਿ ਇਹ ਮੁਕਤ ਹੋ ਗਿਆ, ਜੰਮਣ ਮਰਨ ਦੇ ਗੇੜ ਚੋਂ ਨਿਕਲ ਗਿਆ, ਮਾਇਆ ਦੇ ਮੋਹ ਤੋਂ ਬਚ ਗਿਆ, ਵਿਕਾਰਾਂ ਤੋਂ ਬਚ ਗਿਆ। ਉਸ ਮਨੁੱਖ ਨੂੰ ਸਮਝੋ ਇਹ ਮੁਕਤ ਹੋ ਗਿਆ। ਸਰੀਰ ਦੇ ਹੁੰਦੇ ਹੋਏ ਮੁਕਤ ਹੋਣਾ। ਅਸੀਂ ਆਸ ਰੱਖੀ ਬੈਠੇ ਹਾਂ ਕਿ ਮਰਨ ਤੋਂ ਬਾਅਦ ਤਾਂ ਅਰਦਾਸ ਹੋਏ ਜਾਣੀ, ਅੰਤਮ ਅਰਦਾਸ, ਮੁਕਤ ਹੋਏ ਜਾਣਾ। ਜਿੰਨਾ ਚਿਰ ਸਰੀਰ ਹੈ ਨਾ, ਇਹ ਸਰੀਰ ਦੇ ਹੁੰਦੇ ਹੋਏ ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੀ ਬਾਣੀ ਨਾਲ ਜੁੜਨਾ, ਸਰੀਰ ਦੇ ਹੁੰਦੇ ਹੋਏ ਮੁਕਤ ਹੋਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਉਹ ਮਨੁੱਖ ਸਰੀਰ ਦੇ ਹੁੰਦੇ ਹੋਏ ਹੀ ਮੁਕਤ ਹੋ ਜਾਂਦਾ, ਰੱਬ ਦਾ ਹੀ ਰੂਪ ਹੋ ਜਾਂਦਾ। ਜਿਹੜਾ ਮਨੁੱਖ ਖੁਸ਼ੀ ਗਮੀ ਦੇ ਵਿੱਚ ਡੋਲਦਾ ਨਹੀਂ ਹੈ, ਉਸਤਤ ਨਿੰਦਿਆ ਦੇ ਵਿੱਚ ਡੋਲਦਾ ਨਹੀਂ, ਸੁੱਖਾਂ ਦੁੱਖਾਂ ਦੇ ਵਿੱਚ ਡੋਲਦਾ ਨਹੀਂ, ਹੰਕਾਰ ਨਹੀਂ ਕਰਦਾ, ਲੋਭ ਲਾਲਚਾਂ ਵਿੱਚ ਨਹੀਂ ਫਸਦਾ, ਅਤੇ ਸਾਰਿਆਂ ਨੂੰ ਹੀ ਆਪਣਾ ਮਿੱਤਰ ਜਾਣਦਾ, ਕਹਿੰਦੇ ਉਸ ਮਨੁੱਖ ਨੂੰ ਸਮਝੋ ਇਹ ਮੁਕਤ ਹੋ ਗਿਆ ਹੈ। ਇਹ ਨਿਸ਼ਾਨੀ ਹੈ ਮੁਕਤ ਹੋਏ ਮਨੁੱਖ ਦੀ। ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਹੁਣ ਸਤਿਗੁਰੂ ਜੀ ਨੇ ਗਿਆਨੀ ਮਨੁੱਖ ਦੀ ਪਰਿਭਾਸ਼ਾ ਦੱਸੀ ਹੈ। ਗਿਆਨੀ ਕੌਣ? ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਨ ਵਾਲਾ, ਉਸ ਨੂੰ ਗਿਆਨੀ ਕਿਹਾ। ਜਿਸ ਨੂੰ ਆਤਮਿਕ ਜੀਵਨ ਦੀ ਸੂਝ ਹੈ ਉਸ ਨੂੰ ਗਿਆਨੀ ਕਿਹਾ। ਸਾਡੀ ਨਿਗਾਹ ਦੇ ਵਿੱਚ ਗਿਆਨੀ ਹੋਰ, ਅਸੀਂ ਤਾਂ ਸਾਰਿਆਂ ਨੂੰ ਗਿਆਨੀ ਕਹਿੰਦੇ, ਜਿੰਨੇ ਵੀ ਪਾਠੀ ਸਭ ਗਿਆਨੀ, ਰਾਗੀ ਸਾਰੇ ਗਿਆਨੀ, ਮੈਂ ਵੀ ਗਿਆਨੀ, ਸਾਰੇ ਗਿਆਨੀ। ਆਓ ਜੀ ਗਿਆਨੀ ਜੀ, ਆਓ ਜੀ ਗਿਆਨੀ ਜੀ। ਅਸਲ ਗਿਆਨੀ ਉਹ ਹੈ ਜਿਸ ਨੂੰ ਆਤਮਿਕ ਜੀਵਨ ਦੀ ਸੂਝ ਹੈ, ਉਹ ਗਿਆਨੀ ਹੈ। ਉਸ ਨੂੰ ਗਿਆਨੀ ਕਿਹਾ। ਜਿਸ ਨੂੰ ਆਤਮਿਕ ਜੀਵਨ ਦੀ ਸੂਝ ਹੈ, ਉਹ ਨਾ ਤਾਂ ਕਿਸੇ ਨੂੰ ਭੈ ਦਿੰਦਾ, ਨਾ ਕਿਸੇ ਦਾ ਜਿਹੜਾ ਕੋਈ ਕਿਸੇ ਦੀ ਭੈ ਦੀ ਪਰਵਾਹ ਕਰਦਾ, ਨਾ ਕਿਸੇ ਦੀ ਭੈ ਮੰਨਦਾ। ਕਿਉਂ ਨਹੀਂ ਮੰਨਦਾ? ਕਿਉਂਕਿ ਉਹਦਾ ਰੂਪ ਹੋ ਚੁੱਕਿਆ, ਕਿਸ ਦਾ ਰੂਪ ਹੋ ਚੁੱਕਿਆ? ਜਿਹੜਾ ਨਿਰਭਉ ਹੈ। ਆਪਾਂ ਮੂਲ ਮੰਤਰ ਵਿੱਚ ਪੜ੍ਹਦੇ ਨਾ, ਨਿਰਭਉ ਨਿਰਵੈਰ। ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਹਰ ਵਕਤ ਸੁਰਤੀ ਬਿਰਤੀ ਉਸ ਰੱਬ ਨਾਲ ਜੁੜੀ ਹੋਈ ਹੈ, ਉਹ ਵੀ ਨਿਰਭਉ ਹੋ ਜਾਂਦਾ, ਕਿਸੇ ਦਾ ਭੈ ਮੰਨਦਾ ਨਹੀਂ ਹੈ, ਕਿਸੇ ਨੂੰ ਭੈ ਦਿੰਦਾ ਵੀ ਨਹੀਂ ਹੈ, ਕਿਸੇ ਨੂੰ ਡਰਾਉਂਦਾ ਵੀ ਨਹੀਂ ਹੈ। ਉਹਦਾ ਸੁਭਾਅ ਪਿਆਰ ਵਾਲਾ, ਸਾਰਿਆਂ ਨੂੰ ਪਿਆਰ ਹੀ ਦਿੰਦਾ ਹੈ, ਭੈ ਨਹੀਂ ਦਿੰਦਾ, ਪਿਆਰ ਦਿੰਦਾ। ਉਹਦੇ ਕੋਲ ਹੈ ਉਹ ਪਿਆਰ, ਸਾਰਿਆਂ ਨਾਲ ਪਿਆਰ ਵਾਲਾ ਸਲੂਕ ਕਰਦਾ। ਕਹਿੰਦੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਜੋ ਮਨੁੱਖ ਕਿਸੇ ਨੂੰ ਭੈ ਨਹੀਂ ਦਿੰਦਾ, ਨਾ ਕਿਸੇ ਦਾ ਭੈ ਮੰਨਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿੰਨਾ ਭੈ, ਕਿਵੇਂ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੇ ਨੂੰ ਡਰਾਇਆ, ਨਾ ਸਤਿਗੁਰੂ ਜੀ ਡਰੇ। ਕਹਿੰਦੇ ਉਸ ਮਨੁੱਖ ਨੂੰ ਸਮਝੋ ਕਿ ਇਹ ਆਤਮਿਕ ਜੀਵਨ ਦੀ ਸੂਝ ਵਾਲਾ, ਇਸਨੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ। ਇਹ ਸਭ ਕੁਝ ਜਾਣਦਾ, ਜਿਹੜਾ ਕਿਸੇ ਨੂੰ ਨਾ ਡਰਾਵੇ ਨਾ ਡਰੇ। ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਕਉ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਜਿਸ ਮਨੁੱਖ ਨੇ ਸਾਰੇ ਵਿਸ਼ੇ ਤਿਆਗ ਦਿੱਤੇ ਹਨ, ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਨਫ਼ਰਤ, ਜਿਸ ਨੇ ਸਭ ਕੁਝ ਛੱਡ ਦਿੱਤਾ ਨਾ, ਉਸ ਨੂੰ ਸਮਝੋ ਕਿ ਇਹ ਹੈ ਵੈਰਾਗੀ। ਇਹ ਹੈ ਵੈਰਾਗੀਆਂ ਵਾਲਾ ਭੇਖ।
ਕਹਿੰਦੇ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ਇਹ ਹੈ ਅਸਲ ਭੇਖ ਬੈਰਾਗੀਆਂ ਵਾਲਾ, ਤਿਆਗੀਆਂ ਵਾਲਾ। ਉਸਨੇ ਸਹੀ ਭੇਖ ਬਣਾਇਆ ਹੋਇਆ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਤਰ੍ਹਾਂ ਦੇ ਵਿਕਾਰਾਂ ਤੋਂ ਬਚ ਗਿਆ, ਉਹ ਹੈ ਅਸਲ ਬੈਰਾਗੀ। ਉਹ ਭਾਵੇਂ ਜਿਹੇ ਜਿਹੇ ਮਰਜ਼ੀ ਕੱਪੜਿਆਂ 'ਚ, ਹੋਰ ਗੁਰੂ ਮਹਾਰਾਜ ਨੇ ਕਿਸੇ ਕੱਪੜਿਆਂ ਨੂੰ ਨਹੀਂ, ਕੱਪੜੇ ਜੇ ਕੋਈ ਸਾਧਾਂ ਸੰਤਾਂ ਵਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਸੰਤ ਬੈਰਾਗੀ ਕਹਾਉਣ ਲੱਗ ਜਾਵੇ, ਸੰਤ ਕਹਾਉਣ ਲੱਗ ਜਾਵੇ, ਇਹ ਨਿਸ਼ਾਨੀ ਨਹੀਂ ਹੈ ਸੰਤ ਦੀ। ਅਸੀਂ ਕੱਪੜਿਆਂ 'ਤੇ ਹਿਸਾਬ ਨਹੀਂ ਲਾ ਸਕਦੇ। ਅਸਲ ਭੇਖ ਕਿਹੜਾ ਹੈ? ਜਿਸਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਫ਼ਰਤ ਇਹ ਛੱਡ ਦਿੱਤੀ ਹੈ। ਇਹ ਹੈ ਅਸਲ ਭੇਖ, ਅਸਲ ਵੈਰਾਗੀ ਦਾ। ਸਤਿਗੁਰੂ ਜੀ ਕਹਿੰਦੇ ਹਨ, ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ਉਸਨੇ ਸਹੀ ਵੈਰਾਗ ਰੂਪ ਵੈਰਾਗੀ ਦਾ ਭੇਸ਼ ਧਾਰਨ ਕੀਤਾ ਹੋਇਆ। ਇਹ ਹੈ ਵੈਰਾਗੀਆਂ ਦਾ ਭੇਸ਼। ਕਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। हे ਨਾਨਕ ਆਖ ਕਿ हे ਮੇਰੇ ਮਨ, ਉਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪਏ ਹਨ ਜਿਸਨੇ ਇਹ ਭੇਖ ਧਾਰਨ ਕੀਤਾ। ਸਾਰੇ ਵਿਕਾਰ ਛੱਡ ਦਿੱਤੇ। ਹੁਣ ਜੇ ਵਿਕਾਰ ਤਾਂ ਅੰਦਰ ਹੋਵੇ, ਬਾਹਰੋਂ ਭੇਖ ਬਣਾਇਆ ਹੋਵੇ ਸੰਤਾਂ ਦਾ, ਬਾਹਰੋਂ ਭਗਵਾਂ ਭੇਖ ਹੋਵੇ, ਬਾਹਰੋਂ ਵੈਰਾਗੀਆਂ ਵਾਲਾ, ਸੰਤਾਂ ਵਾਲਾ, ਮਹਾਂਪੁਰਸ਼ਾਂ ਵਾਲਾ, ਰਿਸ਼ੀਆਂ ਮੁਨੀਆਂ ਵਾਲਾ ਭੇਖ ਬਣਾਇਆ ਹੋਵੇ, ਅੰਦਰ ਸਾਰੇ ਵਿਕਾਰ ਹੋਣ, ਇਹ ਭੇਖ ਨਹੀਂ ਵੈਰਾਗੀਆਂ ਵਾਲਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸਲ ਵੈਰਾਗੀ, ਅਸਲ ਸੰਤ ਉਹ ਹੈ ਜਿਸਨੇ ਇਹ ਸਾਰੇ ਵਿਕਾਰ ਤਿਆਗ ਦਿੱਤੇ ਹਨ। ਕਉ ਨਾਨਕ ਸੁਨ ਰੇ ਮਨਾ ਤੇ ਨਨ ਮਾਥੇ ਭਾਗ। ਉਸ ਮਨੁੱਖ ਦੇ ਮੱਥੇ ਦੇ ਭਾਗ ਜਾਗੇ ਹੋਏ ਹਨ, ਜਾਗ ਪਏ ਹਨ, ਜਿਸਨੇ ਇਹ ਭੇਖ ਧਾਰਨ ਕੀਤਾ ਹੈ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਹੁਣ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ ਨੇ ਮਾਇਆ ਦੀ ਮਮਤਾ ਤਿਆਗ ਦਿੱਤੀ, ਮਾਇਆ ਨਹੀਂ ਤਿਆਗੀ, ਮਾਇਆ ਦੀ ਮਮਤਾ। ਦੇਖੋ ਮਮਤਾ, ਮਾਇਆ ਦੀ ਮਮਤਾ ਦਾ ਮਤਲਬ ਹੈ ਮੇਰੀ ਮੇਰੀ ਕਰਨ ਵਾਲਾ ਖਿਆਲ, ਮਾਇਆ ਦਾ ਮੋਹ, ਮਾਇਆ ਦਾ ਲਾਲਚ। ਜਿਸ ਨੇ ਇਹ ਤਿਆਗ ਦਿੱਤਾ, ਜਿਸ ਨੇ ਆਪਣਾ ਚਿੱਤ ਮਾਇਆ ਨਾਲ ਜੋੜਿਆ ਹੋਇਆ, ਮੇਰੀ ਮੇਰੀ ਕਰਨ ਵਾਲਾ ਖਿਆਲ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਅਤੇ ਸਭ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਤਰ੍ਹਾਂ ਦੇ ਵਿਕਾਰਾਂ ਤੋਂ ਜਿਹੜਾ ਉਪਰਾਮ ਹੋ ਗਿਆ, ਲਾਲਚਾਂ ਤੋਂ ਉਪਰਾਮ ਹੋ ਗਿਆ, ਤਿਆਗ ਦਿੱਤਾ, ਮਾਇਆ ਦੀ ਮਮਤਾ ਤਿਆਗ ਦਿੱਤੀ ਜਿਸਨੇ। ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। हे ਨਾਨਕ ਆਖ ਕਿ हे ਮੇਰੇ ਮਨਾ, ਮਾਨੋ ਉਸ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋ ਗਿਆ। ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ, ਉਹ ਰੱਬ ਦਾ ਹੀ ਰੂਪ ਹੋ ਗਿਆ। ਸੋ ਇੱਥੇ ਤੱਕ ਅੱਜ ਇਹ 18ਵਾਂ ਸ਼ਲੋਕ। ਕੱਲ੍ਹ ਨੂੰ 19ਵੇਂ ਸ਼ਲੋਕ ਦੀ ਆਪਾਂ ਵਿਚਾਰ ਕੱਲ੍ਹ ਨੂੰ ਕਰਾਂਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।